Hello everyone, welcome to Victor's Knowledge. This is Chinu Sharma, and today we are going to take up a very important topic, that is sources of the Indian Constitution. So ਜਿਹੜਾ ਆਪਣਾ ਇੰਡੀਆ ਦਾ ਸੰਵਿਧਾਨ ਹੈ ਉਹਦਾ ਬੇਸਿਕਲੀ ਜੋ ਵੀ ਆਰਟੀਕਲਸ ਨੇ ਮੇਨ ਕਨਸਟੀਟੂਐਂਟਸ ਨੇ ਉਹ ਕਿੱਥੋਂ ਕਿੱਥੋਂ ਲਿਆਂਦੇ ਗਏ ਨੇ, ਕਿਹੜੇ ਹੋਰ ਦੇਸ਼ਾਂ ਦੇ ਕਨਸਟੀਟਿਊਸ਼ਨ ਵਿੱਚੋਂ ਮੇਨ ਪ੍ਰੋਵੀਜ਼ਨ ਚੱਕੀਆਂ ਨੇ ਜਾਂ ਕੋਈ ਪੁਰਾਣੇ ਐਕਟ ਨੇ ਜਿਨ੍ਹਾਂ ਤੋਂ ਆਪਾਂ ਨੇ ਚੀਜ਼ਾਂ ਨੂੰ ਚੱਕਿਆ ਹੈ। ਸੋ ਇਹ ਸਾਰਾ ਕੁਝ ਅੱਜ ਆਪਾਂ ਡੀਟੇਲ ਦੇ ਵਿੱਚ ਦੇਖਾਂਗੇ ਇਸ ਲੈਕਚਰ ਵਿੱਚ। So before moving further, I want to share something very important with you guys. So I have compiled a special 5 mock test series for the upcoming excise exam. So ਜਿਹੜੇ ਵੀ ਸਟੂਡੈਂਟ ਐਕਸਾਈਜ਼ ਇੰਸਪੈਕਟਰ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਇਹ ਟੈਸਟ ਆਪਣੀ ਤਿਆਰੀ ਨੂੰ ਦੇਖਣ ਦੇ ਲਈ ਹੋਰ ਸਟਰੋਂਗ ਕਰਨ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਇਹਨਾਂ ਦੇ ਵਿੱਚ ਬੇਸਿਕਲੀ ਮੈਂ ਬਿਲਕੁਲ ਅਸਲੀ ਐਗਜ਼ਾਮ ਵਾਲਾ ਪੈਟਰਨ ਫੋਲੋ ਕੀਤਾ ਹੈ। ਤੁਹਾਨੂੰ ਇੱਕ ਮੌਕ ਟੈਸਟ ਦੇ ਅੰਦਰ 120 ਕੁਐਸਚਨ ਮਿਲਣਗੇ ਤੇ ਜਿਹੜੇ ਕੁਐਸਚਨਸ ਨੇ ਉਹਨਾਂ ਦੀ ਡਿਵੀਜ਼ਨ ਐਸ ਪਰ ਸਿਲੇਬਸ ਜਿਵੇਂ ਮਾਰਕਸ ਐਲੋਕੇਟਡ ਹੈ ਉਵੇਂ ਕੀਤੀ ਗਈ ਹੈ। ਟੋਟਲ 600 ਕੁਐਸਚਨ ਨੇ। ਸੋ ਇਫ ਯੂ ਵਾਂਟ ਟੂ ਬਾਈ ਦਿਸ ਟੈਸਟ you can send email on legalvictor02896@gmail.com. So starting with introduction. ਇੰਡੀਆ ਦਾ ਜਿਹੜਾ ਸੰਵਿਧਾਨ ਹੈ ਉਹ ਆਪਣੇ ਦੇਸ਼ ਦੀ ਇੱਕ ਬੈਕਬੋਨ ਹੈ ਡੈਮੋਕ੍ਰੇਸੀ ਦੀ। ਸੋ ਆਪਾਂ ਨੂੰ ਪਤਾ ਹੈ ਇੰਡੀਆ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਲੋਕਾਂ ਦੇ ਦੁਆਰਾ ਚੁਣੀ ਹੋਈ ਹੈ। ਸੋ ਬੇਸਿਕਲੀ ਜੋ ਵੀ ਪੂਰੇ ਦੇਸ਼ ਨੂੰ ਚਲਾਉਣ ਦੇ ਲਈ ਗਵਰਨਮੈਂਟ ਰੂਲਸ ਫੋਲੋ ਕਰਦੀ ਹੈ, ਪ੍ਰਿੰਸੀਪਲ ਫੋਲੋ ਕਰਦੀ ਹੈ, ਉਹ ਸਾਰੇ ਕਨਸਟੀਟਿਊਸ਼ਨ ਦੇ ਵਿੱਚੋਂ ਨਿਕਲਦੇ ਨੇ। So it is an umbrella of right that gives citizen an assurance of free and fair society. So ਇੰਡੀਆ ਦੇ ਵਿੱਚ ਜੋ ਵੀ citizens ਨੇ, ਨਾਗਰਿਕ ਨੇ, ਉਹਨਾਂ ਨੂੰ ਇੱਕ ਸਹੀ, ਫੇਅਰ, ਬਿਲਕੁਲ equal rights ਵਾਲੀ ਜਿਹੜੀ society provide ਕਰਦਾ ਹੈ ਉਹ ਆਪਣਾ ਸੰਵਿਧਾਨ ਕਰਦਾ ਹੈ। ਸੋ ਜਿਹੜੀ constituent assembly ਹੈ ਉਹਨੇ constitution ਨੂੰ 26 ਨਵੰਬਰ 1949 ਦੇ ਵਿੱਚ ਅਡਾਪਟ ਕੀਤਾ ਸੀ ਤੇ ਇਹ ਲਾਗੂ ਕਦੋਂ ਹੋਇਆ? Came into effect on 26 ਜਨਵਰੀ 1950 ਜਿਸ ਦਿਨ ਆਪਾਂ ਰਿਪਬਲਿਕ ਡੇ ਸੈਲੀਬ੍ਰੇਟ ਕਰਦੇ ਹਾਂ। ਸੋ ਆਪਣਾ ਪਹਿਲਾ ਇੰਪੋਰਟੈਂਟ ਸੋਰਸ ਹੈ ਗਵਰਨਮੈਂਟ ਆਫ ਇੰਡੀਆ ਐਕਟ 1935। ਅੰਗਰੇਜ਼ੀ ਜਿਹੜੀ ਹਕੂਮਤ ਸੀ ਉਹਦੇ ਦੁਆਰਾ ਤਿਆਰ ਕੀਤਾ ਹੋਇਆ ਸਭ ਤੋਂ ਲੰਬਾ ਐਕਟ ਸੀ 1935 ਦਾ ਗਵਰਨਮੈਂਟ ਆਫ ਇੰਡੀਆ ਐਕਟ। ਤੇ ਜਿਹੜਾ ਸੰਵਿਧਾਨ ਹੈ 1950 ਵਾਲਾ ਇਹ ਸੇਮ ਐਜ਼ ਇਟ ਇਜ਼ ਜਿਹੜੀ ਛਾਪ ਇਸ ਐਕਟ ਨੇ ਛੱਡੀ ਸੀ ਉਹਦੇ ਆਧਾਰ ਦੇ ਉੱਤੇ ਕਨਸਟੀਟਿਊਸ਼ਨ ਤਿਆਰ ਕੀਤਾ ਗਿਆ। ਸੋ ਸਭ ਤੋਂ ਪਹਿਲਾਂ ਤਾਂ ਇਹ ਇੰਪੋਰਟੈਂਟ ਸੋਰਸ ਹੈ ਜਿਹਦੇ ਤੋਂ ਕਾਫੀ ਇੰਪੋਰਟੈਂਟ ਚੀਜ਼ਾਂ ਦੇਖ ਕੇ ਸੰਵਿਧਾਨ ਦੇ ਵਿੱਚ ਇਨਕਲਕੇਟ ਕੀਤੀਆਂ। ਸੋ ਕਨਸਟੀਟਿਊਸ਼ਨ ਆਫ 1950 was a by-product of legacy started by Government of India Act 1935 ਤੇ ਜਿਹੜਾ ਇਹ ਐਕਟ ਸੀ this was the longest act passed by British government। ਕੁੱਲ 321 ਸੈਕਸ਼ਨ 10 ਸ਼ਡਿਊਲ। ਜਿਹੜਾ ਇਹ ਐਕਟ ਸੀ ਇਹਦੇ ਜਿਹੜੇ ਕੰਟੈਂਟ ਸੀ ਉਹ 4 ਇੰਪੋਰਟੈਂਟ ਸੋਰਸਿਸ ਤੋਂ ਲਏ ਗਏ। ਇਹ ਕੁਐਸਚਨ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ। ਸੋ ਨੰਬਰ 1 ਸਾਈਮਨ ਕਮਿਸ਼ਨ ਦੀ ਰਿਪੋਰਟ ਚੋਂ, ਦੂਜਾ ਜਿਹੜੀ ਤੀਜੀ ਰਾਊਂਡ ਟੇਬਲ ਕਾਨਫਰੰਸ ਹੋਈ ਸੀ ਉੱਥੇ ਜੋ ਡਿਸਕਸ਼ਨ ਹੋਈਆਂ ਉਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਨੂੰ ਚੱਕ ਕੇ ਇਹਦੇ ਵਿੱਚ ਪਾਇਆ ਗਿਆ। ਦੈਨ ਵਾਈਟ ਪੇਪਰ 1933 ਦਾ ਤੇ ਲਾਸਟ ਵਿੱਚ ਰਿਪੋਰਟਸ ਆਫ ਜੁਆਇੰਟ ਸਿਲੈਕਟ ਕਮੇਟੀ। ਤੇ ਜਿਹੜਾ ਇਹ ਗਵਰਨਮੈਂਟ ਆਫ ਇੰਡੀਆ ਐਕਟ ਸੀ ਇਹਨੇ ਪ੍ਰੋਵਿੰਸ਼ੀਅਲ ਡਾਇਆਰਕੀ ਨੂੰ ਜਿਹੜੀ ਇੱਕ ਛੋਟੇ ਲੈਵਲ ਤੇ ਨੀਚੇ ਵਾਲੇ ਲੈਵਲ ਦੇ ਉੱਤੇ ਡਾਇਆਰਕੀ ਸੀ, ਡੂਅਲ ਗਵਰਨਮੈਂਟ ਸੀ, ਡਬਲ ਸਰਕਾਰ ਸੀ, ਉਸ ਚੀਜ਼ ਨੂੰ ਖਤਮ ਕੀਤਾ ਸੀ ਤੇ ਨਾਲ ਹੀ ਇਹਨੇ ਸੁਜੈਸ਼ਨ ਦਿੱਤਾ ਸੀ ਕਿ ਪ੍ਰੋਵਿੰਸ਼ੀਅਲ ਲੈਵਲ ਤੇ ਡਾਇਆਰਕੀ ਨੂੰ ਖਤਮ ਕਰਕੇ ਆਪਾਂ ਨੂੰ ਉੱਪਰ ਵਾਲੇ ਲੈਵਲ ਤੇ ਦੋ ਤਰ੍ਹਾਂ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਜਿਵੇਂ ਹੁਣ ਵੀ ਆਪਣੇ ਕੋਲ ਰਾਜ ਸਭਾ ਤੇ ਲੋਕ ਸਭਾ ਹੈ। So diarchy at the center, Federation of India consisting of provinces of British India and most of the princely state. Most importantly, the act established office of governor. So ਇਹ ਬਹੁਤ important ਚੀਜ਼ ਹੈ ਜਿਹੜੀ ਆਪਾਂ ਨੇ ਸੰਵਿਧਾਨ 1950 ਵਾਲੇ ਵਿੱਚ ਐਡ ਕੀਤੀ ਹੈ, office of governor. Next ਹੈ United Kingdom. ਸੋ ਯੂਕੇ ਦੇ ਕਨਸਟੀਟਿਊਸ਼ਨ ਤੋਂ ਬਹੁਤ ਸਾਰੇ ਕਨਸੈਪਟ ਤੇ ਫੀਚਰਸ ਇੰਡੀਆ ਦੇ ਕਨਸਟੀਟਿਊਸ਼ਨ ਵਿੱਚ ਪਾਏ ਗਏ ਜਿਨ੍ਹਾਂ ਦੇ ਵਿੱਚੋਂ ਦੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਇੱਕ ਹੈ ਪਾਰਲੀਮੈਂਟਰੀ ਫਾਰਮ ਦੀ ਗਵਰਨਮੈਂਟ, ਜਿਵੇਂ ਹੁਣ ਆਪਣੇ ਕੋਲ ਇੱਕ ਪਾਰਲੀਮੈਂਟ ਹੈ, ਲੋਕ ਸਭਾ ਹੈ, ਰਾਜ ਸਭਾ ਹੈ, ਦੈਨ ਵੀ ਹੈਵ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਦੀ ਆਪਣੀ ਕੈਬਨਿਟ ਹੈ। ਸੋ ਇਹ ਜਿਹੜਾ ਇੱਕ ਫਾਰਮ ਹੈ ਪਾਰਲੀਮੈਂਟਰੀ ਫਾਰਮ ਦੀ ਗਵਰਨਮੈਂਟ ਹੈ ਉਹ ਆਈ ਹੈ ਯੂਨਾਈਟਿਡ ਕਿੰਗਡਮ ਤੋਂ। ਇੱਕ ਹੋਰ ਚੀਜ਼ ਹੈ ਰੂਲ ਆਫ ਲਾਅ। ਸੋ ਰੂਲ ਆਫ ਲਾਅ ਕੀ ਹੈ ਕਿ ਸਾਰਿਆਂ ਨੇ ਬਿਲਕੁਲ ਇਕਤਾ
ਕਿਸੇ ਵੀ ਦੇਸ਼ ਦਾ ਇਹ ਜਿਹੇ ਲਾਅ ਬਣਨਗੇ, ਇਹ ਜਿਹੇ ਰੂਲਸ ਬਣਨਗੇ ਜਿਹੜੇ ਹਰ ਇਨਸਾਨ ਲਈ ਬਰਾਬਰ ਹੋਣਗੇ, ਕੋਈ ਭੇਦਭਾਵ ਨਹੀਂ ਕੀਤਾ ਜਾਊਗਾ ਅਮੀਰ ਗਰੀਬ ਵਿੱਚ, ਕੁੜੀ ਮੁੰਡੇ 'ਚ। ਸੋ एवरीवन इज इक्वल बिफोर लॉ। ਆਲਸੋ ਜਿਹੜਾ ਰੂਲ ਆਫ ਲਾਅ ਹੈ ਉਹ ਇੰਡੀਆ ਦੇ ਕਨਸਟੀਟਿਊਸ਼ਨ ਵਿੱਚ ਆਰਟੀਕਲ 14 ਦੇ ਅੰਦਰ ਪਾਇਆ ਜਾਂਦਾ ਹੈ। ਸੋ ਇਹ ਦੋ ਇੰਪੋਰਟੈਂਟ ਚੀਜ਼ਾਂ ਯੂਨਾਈਟਿਡ ਕਿੰਗਡਮ ਤੋਂ ਆਈਆਂ। ਨੈਕਸਟ ਇਜ਼ ਅਮਰੀਕਾ। यूएसए ਦੇ ਕਨਸਟੀਟਿਊਸ਼ਨ ਚੋਂ ਸਭ ਤੋਂ ਇੰਪੋਰਟੈਂਟ ਫੰਡਾਮੈਂਟਲ ਰਾਈਟ ਆਰਟੀਕਲ 12 ਤੋਂ 32 ਇੰਡੀਅਨ ਕਨਸਟੀਟਿਊਸ਼ਨ ਦਾ ਸਾਰੇ ਫੰਡਾਮੈਂਟਲ ਰਾਈਟ ਨੇ ਉਹਦੇ ਅੰਦਰ। ਤੇ ਜਿਹੜੇ ਫੰਡਾਮੈਂਟਲ ਰਾਈਟ ਨੇ ਉਹ ਬੇਸਿਕ ਆਪਣੇ ਮਨੁੱਖੀ ਅਧਿਕਾਰ ਨੇ ਜਿਹੜੇ ਇੰਡੀਆ ਦੇ ਹਰ ਨਾਗਰਿਕ ਨੂੰ ਮਿਲਦੇ ਨੇ, ਤੇ ਉਹ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਆਪਾਂ ਇੰਜੋਏ ਕਰਕੇ ਇੱਕ ਅਲੱਗ ਤੋਂ ਸਟਰੋਂਗ ਫੀਲ ਕਰਦੇ ਹਾਂ, ਬਰਾਬਰੀ ਫੀਲ ਕਰਦੇ ਹਾਂ। ਸੋ ਹਰ ਸਿਟੀਜ਼ਨ ਇਕੁਅਲ ਹੈ, ਇਹਦੇ ਲਈ ਹਰ ਸਿਟੀਜ਼ਨ ਦੇ ਕੋਲ ਕੁਝ ਫੰਡਾਮੈਂਟਲ ਰਾਈਟਸ ਨੇ ਜਿਹੜੇ ਬਿਨਾਂ ਕਿਸੇ ਭੇਦਭਾਵ ਤੋਂ ਆਪਾਂ ਇੰਜੋਏ ਕਰਦੇ ਹਾਂ। ਸੋ ਦ 6 ਫੰਡਾਮੈਂਟਲ ਰਾਈਟਸ ਆਰ ਰਾਈਟ ਟੂ ਇਕੁਐਲਿਟੀ, freedom against exploitation, freedom of religion, then we have cultural, educational right, right to constitutional remedies. Next is judicial review. Judicial review ਦਾ ਮਤਲਬ ਹੈ ਕਿ ਜਿਹੜੀ ਜੁਡੀਸ਼ਰੀ ਹੈ, ਆਪਣੇ ਕੋਰਟਸ ਨੇ, ਜੱਜਿਸ ਨੇ, ਕਨਸਟੀਟਿਊਸ਼ਨ ਨੂੰ ਇੰਟਰਪ੍ਰੈਟ ਕਰਨ 'ਚ ਜੇ ਕਦੇ ਜ਼ਰੂਰਤ ਲੱਗੇ ਵੀ ਕੋਈ ਕਨਸਟੀਟਿਊਸ਼ਨ ਦੀ, ਜਾਂ ਫਿਰ ਫॉर दैट मैटर ਕੋਈ ਪਾਰਲੀਮੈਂਟ ਨੇ ਲਾਅ ਪਾਸ ਕਰਤਾ ਜਾਂ ਕਿਸੇ ਐਗਜ਼ੈਕਟਿਵ ਲੈਵਲ ਦੇ ਕਿਸੇ ਆਫੀਸਰ ਨੇ ਕੋਈ ਡਿਸੀਜਨ ਦਿੱਤਾ ਹੈ, ਜੇ ਉਹ ਡਿਸੀਜਨ ਆਪਣੇ ਸੰਵਿਧਾਨ ਦੇ ਅਗੇਂਸਟ ਨੇ, ਕਿਸੇ ਵੀ ਰੂਲ ਦੇ ਅਗੇਂਸਟ ਨੇ, ਤਾਂ ਜੁਡੀਸ਼ਰੀ ਨੂੰ ਇੱਕ ਰਾਈਟ ਦੇਤਾ ਵੀ ਉਹ ਲੈਜਿਸਲੇਚਰ ਤੇ ਐਗਜ਼ੈਕਟਿਵ ਦੇ ਡਿਸੀਜਨ ਨੂੰ ਦੁਬਾਰਾ ਤੋਂ ਪੜ੍ਹ ਸਕਦੀ ਹੈ, ਉਹਦੇ ਉੱਤੇ ਡਿਸਕਸ਼ਨ ਕਰ ਸਕਦੀ ਹੈ, ਉਹਨੂੰ ਚੇਂਜ ਕਰਨ ਦੇ ਲਈ ਡਿਸੀਜਨ ਦੇ ਸਕਦੀ ਹੈ। ਸੋ ਜੁਡੀਸ਼ੀਅਲ ਰਿਵਿਊ gives the judiciary an upper hand in interpreting the constitution। ਜਦੋਂ ਵੀ ਕਦੇ ਇਹ ਗੱਲ ਆਉਂਦੀ ਹੈ ਪੂਰੇ ਦੇਸ਼ ਕਿਸੇ ਵੀ ਲੈਵਲ ਤੇ ਵੀ ਕਿਤੇ ਵੀ ਕਨਸਟੀਟਿਊਸ਼ਨ ਦੇ ਪ੍ਰਿੰਸੀਪਲਸ ਦੇ ਅਗੇਂਸਟ ਕੋਈ ਗੱਲ ਹੋ ਰਹੀ ਹੈ, ਉੱਥੇ ਜੁਡੀਸ਼ਰੀ ਕੋਲ ਰਾਈਟ ਹੈ, ਕੋਰਟ ਕੋਲ, ਜੱਜਿਸ ਕੋਲ ਰਾਈਟ ਹੈ ਕਿ ਉਹ ਉਸ ਚੀਜ਼ ਨੂੰ ਨਲੀਫਾਈ ਕਰ ਸਕਦੇ ਨੇ, ਰੱਦ ਕਰ ਸਕਦੇ ਨੇ। ਜੁਡੀਸ਼ਰੀ ਕੈਨ ਨਲੀਫਾਈ ਐਨੀ ਆਰਡਰ ਬਾਈ ਲੈਜਿਸਲੇਚਰ, ਐਗਜ਼ੈਕਟਿਵ ਜੇ ਉਹ ਆਰਡਰ ਕਨਸਟੀਟਿਊਸ਼ਨ ਦੇ ਅਗੇਂਸਟ ਜਾ ਰਿਹਾ, ਉਹਦੇ ਕਨਫਲਿਕਟ ਵਿੱਚ ਹੈ। ਸੋ ਇਹ ਹੈ ਕਨਸੈਪਟ ਜੁਡੀਸ਼ੀਅਲ ਰਿਵਿਊ ਦਾ। ਨੈਕਸਟ ਇਜ਼ ਆਇਰਲੈਂਡ। ਸੋ ਮੇਨ ਫੀਚਰ ਜਿਹੜਾ ਆਇਰਲੈਂਡ ਦੇ ਕਨਸਟੀਟਿਊਸ਼ਨ ਚੋਂ ਬੋਰੋ ਕੀਤਾ ਹੈ, ਆਪਾਂ ਨੇ ਲਿਆ, ਉਹ ਹੈ DPSP ਦਾ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਿਹੜੇ ਪਾਰਟ 4 ਦੇ ਅੰਦਰ ਨੇ ਇੰਡੀਆ ਦੇ ਕਨਸਟੀਟਿਊਸ਼ਨ ਵਿੱਚ। ਸੋ 3 ਮੇਨ ਕੈਟੇਗਰੀਜ਼ ਦੇ ਪ੍ਰਿੰਸੀਪਲਸ ਫੋਲੋ ਕੀਤੇ ਨੇ DPSP ਦੇ ਅੰਦਰ। ਇੱਕ ਤਾਂ ਹੈ ਕੁਝ ਸੋਸ਼ਲਿਸਟ ਪੈਟਰਨ ਦੇ ਉੱਤੇ ਤਿਆਰ ਕੀਤੇ ਨੇ, ਕੁਝ ਗਾਂਧੀਅਨ ਡਾਇਰੈਕਟਿਵਸ ਨੇ, ਦੈਨ ਕੁਝ ਫਰੀडम ਨਾਲ ਰਿਲੇਟਡ ਨੇ, ਲਿਬਰਲ ਅਪਰੋਚ ਦੇ ਨੇ। ਸੋ ਨੈਕਸਟ ਇਜ਼ ਕੈਨੇਡਾ। ਸਭ ਤੋਂ ਇੰਪੋਰਟੈਂਟ ਜਿਹੜਾ ਬਾਰ-ਬਾਰ ਕੁਐਸਚਨ ਐਗਜ਼ਾਮ ਵਿੱਚ ਵੀ ਆਉਂਦਾ ਉਹ ਹੈ ਕਿ ਕੈਨੇਡਾ ਤੋਂ ਜਿਹੜਾ ਇੰਪੋਰਟੈਂਟ ਆਪਾਂ ਨੇ ਚੀਜ਼ ਬੋਰੋ ਕੀਤੀ ਹੈ, ਇੰਡੀਆ ਦੇ ਕਨਸਟੀਟਿਊਸ਼ਨ 'ਚ ਐਡ ਕੀਤੀ ਹੈ, ਉਹ ਹੈ ਫੈਡਰੇਸ਼ਨ ਵਿਦ ਸਟਰੋਂਗ ਸੈਂਟਰ। ਸੋ ਆਪਣੇ ਦੇਸ਼ ਵਿੱਚ ਕੀ ਹੈ, ਸੇਮ ਇੱਕ ਸੈਂਟਰ ਦੀ ਸਰਕਾਰ ਹੈ ਜਿਹੜੀ ਮੇਨ ਹੈ, ਜਿਹੜੀ ਬਹੁਤ ਸਟਰੋਂਗ ਹੈ, ਬਾਕੀ ਫੈਡਰੇਸ਼ਨ ਮਤਲਬ ਸਟੇਟ ਲੈਵਲ ਤੇ ਨੀਚੇ ਵਾਲੇ ਲੈਵਲ ਤੇ ਵੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਵੀ ਵਿੱਚ ਪ੍ਰੋਪਰ ਇਨਵੋਲਵਮੈਂਟ ਹੈ ਸੈਂਟਰ ਦੇ। ਸੋ ਸੈਂਟਰ ਹੈ, ਸਟਰੋਂਗ ਹੈ, ਮੇਨ, ਪਰ ਨਾਲ ਫੈਡਰੇਸ਼ਨ ਵੀ ਹੈ ਜਿਹੜੀ ਇਕੁਅਲੀ ਰਿਸਪੌਂਸਿਬਲ ਹੈ, ਇਕੁਅਲੀ ਆਪਣੇ ਆਪ ਦੀ ਇਨਵੋਲਵਮੈਂਟ ਦਿੰਦੀ ਹੈ ਜਦੋਂ ਵੀ ਪੂਰੇ ਦੇਸ਼ ਨੂੰ ਚਲਾਉਣ ਦੀ ਗੱਲ ਆਉਂਦੀ ਹੈ। So provision of federation with strong center, residuary power of center, appointment of state government, then we have advisory jurisdiction of Supreme Court। ਇਹ ਸਾਰੀਆਂ ਚੀਜ਼ਾਂ Canadian Constitution ਤੋਂ borrow ਕੀਤੀਆਂ ਨੇ। Also Article 248 of Indian Constitution state that Parliament has sole power to make laws regarding any item not mentioned in Union and State list। ਸੋ ਆਰਟੀਕਲ 248 ਹੈ ਜਿਹੜਾ ਇਹ ਮੇਨਲੀ ਹਾਈਲਾਈਟ ਕਰਦਾ ਵੀ ਸਟਰੋਂਗ ਸੈਂਟਰ ਕਿਵੇਂ ਹੈ, ਜਿੱਥੇ ਵੀ ਕੋਈ ਇਹੋ ਜਿਹਾ ਏਰੀਆ, ਇਹੋ ਜਿਹਾ ਸਬਜੈਕਟ ਹੈ ਜਿਹੜਾ ਨਾ ਤਾਂ ਯੂਨੀਅਨ ਦੀ ਲਿਸਟ 'ਚ ਹੈ ਨਾ ਸਟੇਟ ਦੀ 'ਚ ਹੈ, ਉੱਥੇ ਪਾਰਲੀਮੈਂਟ ਦੇ ਕੋਲ, ਸੈਂਟਰ ਦੇ ਕੋਲ ਕੱਲਾ ਰਾਈਟ ਹੈ ਕਿ ਉਹ ਉਸ ਆਈਟਮ ਉੱਤੇ ਲਾਅ ਪਾਸ ਕਰ ਸਕਣ। ਆਲਸੋ ਐਡਵਾਈਜ਼ਰੀ ਜੂਰਿਸਡਿਕਸ਼ਨ ਬਾਰੇ ਆਪਣੇ ਕੋਲ ਇੰਡੀਅਨ ਕਨਸਟੀਟਿਊਸ਼ਨ ਦੇ ਅੰਦਰ ਹੈ ਆਰਟੀਕਲ 143। ਨੈਕਸਟ ਇਜ਼ ਫਰਾਂਸ। ਸੋ ਫ੍ਰੈਂਚ ਕਨਸਟੀਟਿਊਸ਼ਨ ਤੋਂ ਬਹੁਤ ਇੰਪੋਰਟੈਂਟ 3 ਮੇਨ ਆਈਡੀਅਲਸ ਲਏ ਗਏ ਨੇ, ਲਿਬਰਟੀ, ਇਕੁਐਲਿਟੀ, ਫ੍ਰੈਟਰਨਿਟੀ।
ਲਿਬਰਟੀ ਦਾ ਮਤਲਬ ਫਰੀडम, ਹਰ ਕੋਈ ਆਜ਼ਾਦ ਹੈ। ਇਕੁਐਲਿਟੀ, ਹਰ ਕਿਸੇ ਨੂੰ ਬਰਾਬਰ ਦੇ ਰਾਈਟ ਨੇ, ਬਰਾਬਰ ਦਾ ਟ੍ਰੀਟਮੈਂਟ ਮਿਲੂ, ਨੋ ਡਿਸਕ੍ਰਿਮੀਨੇਸ਼ਨ। ਫਰੈਟਰਨਿਟੀ, ਬ੍ਰਦਰਹੁੱਡ, ਆਪਸ ਦੇ ਵਿੱਚ ਭਾਈਚਾਰੇ ਨਾਲ ਸਾਰਿਆਂ ਨੇ ਰਹਿਣਾ ਹੈ। So Indian state came to be recognized as Republic of India in the lineage of Constitution of France. Next is Australia. ਸੋ ਜੋ ਟ੍ਰੇਡ ਐਂਡ ਕਮਰਸ ਦੀ ਕਿਸੇ ਵੀ ਇਨਸਾਨ ਨੂੰ ਪੂਰੇ ਕੰਟਰੀ ਦੇ ਅੰਦਰ ਰਾਈਟ ਹੈ ਕਿ ਉਹ ਜਿੱਥੇ ਮਰਜ਼ੀ ਬਿਜ਼ਨਸ ਕਰੇ, ਜਿਵੇਂ ਮਰਜ਼ੀ ਟ੍ਰੇਡ ਕਰੇ, ਉਹ ਪ੍ਰੋਵੀਜ਼ਨ ਲਿਆਂਦੀਆਂ ਗਈਆਂ ਨੇ ਆਸਟ੍ਰੇਲੀਆ ਦੇ ਕਨਸਟੀਟਿਊਸ਼ਨ ਤੋਂ। ਤੇ ਇਹਨਾਂ ਦੇ ਬਾਰੇ ਜਿਹੜੇ ਮੇਨ ਆਰਟੀਕਲਸ ਨੇ ਟ੍ਰੇਡ ਐਂਡ ਕਮਰਸ ਨਾਲ ਰਿਲੇਟਡ, ਉਹ ਨੇ 301 ਤੋਂ 307 ਤੱਕ। ਨੈਕਸਟ ਇਜ਼ ਸਾਊਥ ਅਫਰੀਕਾ ਤੇ ਜਰਮਨੀ। ਪਹਿਲਾਂ ਆਪਾਂ ਗੱਲ ਕਰਾਂਗੇ ਸਾਊਥ ਅਫਰੀਕਾ ਦੀ। ਸੋ ਸਾਊਥ ਅਫਰੀਕਾ ਦੇ ਸੰਵਿਧਾਨ ਦੇ ਵਿੱਚੋਂ ਜਿਹੜਾ ਕਨਸਟੀਟਿਊਸ਼ਨ ਨੂੰ ਅਮੈਂਡ ਕਰਨ ਦਾ, ਜੇ ਆਪਾਂ ਨੂੰ ਉਹਦੇ 'ਚ ਕੋਈ ਚੇਂਜ ਲੈ ਕੇ ਆਉਣੀ ਹੈ, ਆਪਾਂ ਨੂੰ ਪਤਾ ਹੈ ਜਿਹੜੇ ਬੇਸਿਕ ਡਾਕਟਰਿਨਸ ਨੇ ਆਪਾਂ ਉਹਨਾਂ ਨੂੰ ਬਦਲ ਨਹੀਂ ਸਕਦੇ, ਬਾਕੀ ਚੀਜ਼ਾਂ ਨੂੰ ਆਪਾਂ ਅਮੈਂਡ ਕਰ ਸਕਦੇ ਹਾਂ। ਸੋ ਪ੍ਰੋਸੀਜਰ ਹੈ ਜਿਹੜਾ ਅਮੈਂਡਮੈਂਟ ਦਾ, ਉਹ ਲਿਆਂਦਾ ਗਿਆ ਸਾਊਥ ਅਫਰੀਕਾ ਤੋਂ। ਆਲਸੋ ਜਿਹੜਾ ਵੇਈਮਾਰ ਕਨਸਟੀਟਿਊਸ਼ਨ ਹੈ ਜਰਮਨ ਦਾ, ਉਹਦੇ ਤੋਂ ਮੇਨ ਜਿਹੜੀ ਇੰਪੋਰਟੈਂਟ ਪ੍ਰੋਵੀਜ਼ਨ ਲਿਆਂਦੀ ਹੈ ਉਹ ਹੈ ਵੀ ਜਦੋਂ ਵੀ ਦੇਸ਼ ਵਿੱਚ ਐਮਰਜੈਂਸੀ ਲੱਗੂ, ਉਸ ਸਮੇਂ ਜਿਹੜੇ ਫੰਡਾਮੈਂਟਲ ਰਾਈਟਸ ਸਸਪੈਂਡ ਹੋ ਜਾਂਦੇ ਨੇ, ਜਿਹੜਾ ਉਹ ਇੱਕ ਕਨਸੈਪਟ ਹੈ ਉਹ ਲਿਆਂਦਾ ਗਿਆ ਜਰਮਨੀ ਚੋਂ। ਬਾਕੀ ਰਾਜ ਸਭਾ ਦੇ ਮੈਂਬਰ ਦੀ ਇਲੈਕਸ਼ਨ ਦੀ ਗੱਲ ਹੋਵੇ ਜਾਂ ਅਮੈਂਡਮੈਂਟ ਪ੍ਰੋਵੀਜ਼ਨ ਦੀ, ਇਹ ਸਾਰੀਆਂ ਚੀਜ਼ਾਂ ਲਿਆਂਦੀਆਂ ਗਈਆਂ ਨੇ ਸਾਊਥ ਅਫਰੀਕਾ ਤੋਂ। ਸੋ ਨਾਓ ਐਟ ਦ ਐਂਡ ਲੈਟਸ ਸਟੱਡੀ ਇਨ ਪੁਆਇੰਟਰ। ਸੋ ਆਪਾਂ ਦੇਖ ਲੈਂਦੇ ਹਾਂ ਵੀ ਹੋਰ ਕਿਹੜੀਆਂ ਪ੍ਰੋਵੀਜ਼ਨਸ ਨੇ ਤੇ ਉਹ ਕਿਹੜੇ ਸੋਰਸਿਸ ਕੰਟਰੀਜ਼ ਤੋਂ ਲਿਆਂਦੀਆਂ ਗਈਆਂ, ਤੇ ਨਾਲ ਹੀ ਆਪਾਂ ਨੇ ਜੋ ਮੇਜਰਲੀ ਜੋ ਸੋਰਸਿਸ ਨੇ ਉਹਨਾਂ ਦੀ ਥਿਊਰੀ ਦੇਖੀ ਹੈ, ਉਹਨਾਂ ਦੀ ਵੀ ਰਿਵੀਜ਼ਨ ਹੋ ਜੂ। ਸੋ ਸਭ ਤੋਂ ਪਹਿਲਾਂ ਜੇ ਆਪਾਂ ਯੂਨਾਈਟਿਡ ਸਟੇਟ ਅਮਰੀਕਾ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ ਪ੍ਰੀਐਮਬਲ, ਫੰਡਾਮੈਂਟਲ ਰਾਈਟਸ, ਫੈਡਰਲ ਸਟਰਕਚਰ, ਇਲੈਕਟੋਰਲ ਕੋਲਾਜ, independence of judiciary and separation of power, then judicial review, president as supreme commander of armed force, equal protection under law या फिर rule of law। next है British constitution ਵਿੱਚੋਂ ਸਭ ਤੋਂ important parliamentary form of government, single citizenship, idea of rule of law, writs, institution of speaker and his role, law making procedure established by law। Next is Canadian Constitution। ਸਭ ਤੋਂ ਪਹਿਲਾਂ quasi federal form of government, federal system with strong central government, distribution of power between central and state government, residual power retained by central government। Then Ireland, Irish Constitution, DPSP, appointment or nomination of members to Rajya Sabha। Then we have method of election of president, French Constitution, Republic and ideals of liberty, equality, fraternity। Then Australian Constitution, freedom of trade, commerce। Then we have power of national legislature to make laws for implementing treaties, concurrent list। So next is Constitution of South Africa, procedure for amendment, election of Rajya Sabha member। Then Germany, suspension of fundamental right during emergency and emergency power to be enjoyed by Union। Russian Constitution, very important fundamental duties under Article 51A। Then another thing, ideas of social, economic, political justice in preamble। Next is Constitution of Japan, procedure established by law। And lastly, Government of India Act 1935, federal scheme, emergency provision, Public Service Commission, very important, Office of Governor, Judiciary, administrative detail। So this was all about today's lecture. I hope you liked the video. Keep supporting Victor's Knowledge. Thank you and good luck.